ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਰਾਗ ਤੁਖਾਰੀ ਮਹੱਲਾ ਪਹਿਲਾ ਤੁਖਾਰੀ ਰਾਗ ਦੇ 12 ਮਾਹਾਂ ਦੇ ਫਲਗੁਣ ਮਹੀਨੇ ਦੀ ਵਿਚਾਰ ਸਾਂਝੀ ਕਰਾਂਗੇ। ਭਾਵ ਫੱਗਣ ਦਾ ਮਹੀਨਾ ਜੋ ਆਰੰਭ ਹੋ ਰਿਹਾ ਹੈ। 12 ਮਾਹਾਂ ਦੋ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਨ੍ਹਾਂ ਵਿੱਚੋਂ ਪਹਿਲਾ 12 ਮਾਹਾਂ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ। ਉਸ ਤੋਂ ਬਾਅਦ ਦੂਸਰਾ 12 ਮਾਹਾਂ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਕਿ ਮਾਝ ਰਾਗ ਵਿੱਚ ਦਰਜ ਹੈ। ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਅੰਦਰ ਮਾਝ ਰਾਗ ਦੇ 12 ਮਾਹਾਂ ਦੀ ਵਿਚਾਰ ਹੁੰਦੀ ਹੈ, ਜੋ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੈ, ਕਿਉਂਕਿ ਉਹ 12 ਮਾਹਾਂ ਬੜੇ ਪੁਰਾਤਨ ਸਮੇਂ ਤੋਂ ਪੜ੍ਹਿਆ ਜਾਂਦਾ ਹੈ। ਉਹਦਾ ਉਚਾਰਨ ਤੇ ਉਹਦੀ ਅਰਥ ਭਾਵ ਸੌਖੇ ਸਮਝ ਵਿੱਚ ਆ ਜਾਂਦੇ ਹਨ। ਇਸ ਕਰਕੇ ਸੰਗਤ ਦਾ ਰੁਝਾਨ ਤੇ ਝੁਕਾਅ ਜ਼ਿਆਦਾ ਉਸ ਪਾਸੇ ਰਿਹਾ ਹੈ ਤੇ ਇਸ 12 ਮਾਹਾਂ ਨੂੰ ਪੜ੍ਹਨ ਦੇ, ਤੁਖਾਰੀ ਰਾਗ ਦੇ 12 ਮਾਹਾਂ ਨੂੰ ਪੜ੍ਹਨ, ਸਮਝਣ ਤੇ ਵਿਚਾਰਨ ਦੇ ਉਪਰਾਲੇ ਆਰੰਭ ਤੋਂ ਹੀ ਘੱਟ ਹੋਏ ਹਨ, ਜਿਸ ਕਰਕੇ ਸੰਗਤਾਂ ਨੂੰ ਇਸ 12 ਮਾਹਾਂ ਦੇ ਬਾਬਤ ਬਹੁਤਾ ਗਿਆਤ ਵੀ ਨਹੀਂ ਹੈ। 12 ਮਾਹਾਂ ਮਾਝ ਮਹੱਲਾ ਪੰਜਵਾਂ ਜੋ ਗੁਰਦੁਆਰਾ ਸਾਹਿਬਾਨ ਅੰਦਰ ਪੜ੍ਹਿਆ ਜਾਂਦਾ ਹੈ, ਉਸ 12 ਮਾਹਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ 12 ਮਾਹਾਂ ਵਿੱਚ ਕੁੱਲ 14 ਸ਼ਬਦ ਹਨ। 12 ਸ਼ਬਦ ਮਹੀਨਿਆਂ ਦੇ ਹਨ। 12 ਮਹੀਨਿਆਂ ਦੇ ਇੱਕ ਸ਼ਬਦ ਆਰੰਭ ਵਿੱਚ ਭੂਮਿਕਾ ਦਾ ਹੈ ਤੇ ਇੱਕ ਸ਼ਬਦ ਅੰਤਮ ਤੇ ਸਮੇਂ ਤੇ ਉਸ 12 ਮਾਹਾਂ ਦਾ ਤਤਸਾਰ ਹੈ। ਤੇ ਤੁਖਾਰੀ ਰਾਗ ਦੇ 12 ਮਾਹਾਂ ਅੰਦਰ 4 ਸ਼ਬਦ ਪਹਿਲਾਂ ਭੂਮਿਕਾ ਦੇ ਰੂਪ ਵਿੱਚ ਹਨ। ਉਸ ਤੋਂ ਬਾਅਦ 12 ਸ਼ਬਦ 12 ਮਹੀਨਿਆਂ ਦੇ ਮੁੱਖ ਰੱਖ ਕੇ ਤੇ ਇੱਕ ਸ਼ਬਦ ਅੰਤ ਵਿੱਚ ਤਤਸਾਰ ਦੇ ਰੂਪ ਵਿੱਚ ਹੈ। ਆਓ ਅੱਜ ਅਸੀਂ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਨੇ ਇਹ ਜੋ 12 ਮਾਹਾਂ ਦੇ ਵਿੱਚ ਫਲਗੁਣ ਦਾ ਮਹੀਨਾ ਦਾ ਕੀ ਉਪਦੇਸ਼ ਦਿੱਤਾ ਹੈ। ਤੇ ਇਸ 12 ਮਾਹਾਂ ਦੇ ਸੰਬੰਧ ਵਿੱਚ ਇੱਕ ਇਹ ਵੀ ਧਾਰਨਾ ਪ੍ਰਚਲਿਤ ਹੈ ਕਿ ਇਹ 12 ਮਾਹਾਂ ਜੋ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਹਯਾਤੀ ਦੇ ਆਖਰੀ ਸਮੇਂ ਦੇ ਵਿੱਚ ਗਾਇਨ ਕੀਤਾ। ਭਾਵ ਸਰੀਰਕ ਚੋਲਾ ਤਿਆਗਣ ਤੋਂ ਕੁਝ ਸਮਾਂ ਪਹਿਲਾਂ, ਜਦੋਂ ਮਹਾਰਾਜ ਕਰਤਾਰਪੁਰ ਦੇ ਵਿੱਚ ਨਿਵਾਸ ਕਰਦੇ ਨੇ, ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਦੀ ਹੀ ਇਹ ਜਿਹੜੀ ਹੈਗੀ ਰਚਨਾ ਹੈਗੀ ਆ। ਉੱਥੇ ਪੁਰਾਤਨ ਜਨਮ ਸਾਖੀਆਂ ਦੇ ਵਿੱਚ ਲਿਖਿਆ ਵੀ ਮਿਲਦਾ ਹੈ, ਤਬ ਸੰਗਤ ਲੱਗੀ ਸ਼ਬਦ ਗਾਵਣ ਲਾਹਣੀਆਂ, ਤਬ ਬਾਬਾ ਬਿਸਮਾਦ ਦੇ ਘਰ ਗਿਆ, ਚਿੱਤ ਮਹਿਲ ਹੁਕਮ ਹੋਇਆ, ਰਾਗ ਤੁਖਾਰੀ ਕੀਤਾ, ਬਾਬਾ ਬੋਲਿਆ 12 ਮਾਹਾਂ, ਰਾਤੀ ਅੰਮ੍ਰਿਤ ਵੇਲਾ ਹੋਆ, ਚਲਾਣਾ ਕੇ ਵਕਤ। ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਇਸ ਤੁਖਾਰੀ ਰਾਗ ਦੇ 12 ਮਾਹਾਂ ਦੀ ਜੋ ਹੈ ਦਾਤ ਸਿੱਖ ਸੰਗਤ ਨੂੰ ਸ਼ਬਦ ਦੇ ਰੂਪ ਚ ਦਿੱਤੀ ਹੈ। ਤੋ ਜੋ 12 ਮਾਹਾਂ ਦਾ ਪ੍ਰਮੁੱਖ ਭਾਵ ਲਿਆ ਗਿਆ ਉਹ ਹੈਗਾ ਵਿਜੋਗ ਤੋਂ ਸੰਜੋਗ ਤੱਕ, ਵਿਛੋੜੇ ਤੋਂ ਮਿਲਾਪ ਤੱਕ। ਇਹ ਜੀਵਾਤਮਾ ਵਿਛੜੀ ਹੋਈ ਹੈ ਅਕਾਲ ਪੁਰਖ ਤੋਂ, ਆਪਣੇ ਮੂਲ ਤੋਂ, ਤੇ ਉਹਦੇ ਤੱਕ ਕਿਵੇਂ ਪਹੁੰਚੇ, ਮਿਲਾਪ ਕਿਵੇਂ ਹੋਵੇ, ਅਸੀਂ ਕਿਵੇਂ ਮਿਲ ਸਕਦੇ ਹਾਂ। ਮਿਲਾਪ ਲਈ ਕੁਝ ਸ਼ਰਤਾਂ ਨੇ। ਆਪਣੇ ਨਿੱਜ ਘਰ ਵਿੱਚ ਵਾਪਸ ਜਾਣ ਵਾਸਤੇ ਉਹ ਹੈ ਉਹਦੇ ਹੁਕਮ ਵਿੱਚ ਚੱਲਣਾ, ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ, ਹੁਕਮੀ ਬਣਨਾ, ਸਚਿਆਰ ਬਣਨਾ, ਵਿਸ਼ੇ ਵਿਕਾਰਾਂ ਨੂੰ ਮਨ ਦੇ ਵਿੱਚੋਂ ਖਤਮ ਕਰਨਾ, ਅਗਿਆਨ ਆਪਣਾ ਮਿਟਾਉਣਾ, ਪੂਰਨ ਗਿਆਨ ਲੈ ਕੇ, ਪੂਰਨ ਸੱਚ ਲੈ ਕੇ ਅਸੀਂ ਅਕਾਲ ਪੁਰਖ ਵਿੱਚ ਲੀਨ ਹੋ ਸਕਦੇ ਹਾਂ। ਜਿਵੇਂ ਵਿਛੜੇ ਬੰਦੇ ਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਵਿਛੜੇ ਹੋਇਆਂ ਨੂੰ ਦੁੱਖ ਮਹਿਸੂਸ ਹੁੰਦੇ ਨੇ। ਵਿਛੋੜੇ ਦਾ ਦੁੱਖ ਬੜਾ ਵੱਡਾ ਦੁੱਖ ਮੰਨਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਤੋ ਉਸ ਵਿਛੋੜੇ ਨੂੰ ਮਿਲਾਪ ਵਿੱਚ ਬਦਲਣ ਲਈ ਹੀ ਗੁਰੂ ਸਾਹਿਬ ਨੇ 12 ਮਾਹਾਂ ਦੀ ਬਾਣੀ ਦੇ 12 ਮਹੀਨਿਆਂ ਨੂੰ ਹੀ ਮੁੱਖ ਰੱਖ ਕੇ ਵਿਚਾਰ ਦਿੱਤੀ ਹੈ। ਚੇਤ ਤੋਂ ਸ਼ੁਰੂਆਤ ਹੁੰਦੀ ਹੈ 12 ਮਾਹਾਂ ਦੀ। ਭਾਵ ਪਹਿਲਾ ਜੋ ਪੜਾਅ ਹੈ, 12 ਮਾਹਾਂ ਨੂੰ ਅਸੀਂ 12 ਪੜਾਅ ਵੀ ਮੰਨ ਸਕਦੇ ਹਾਂ ਆਪਣੀ ਮੰਜ਼ਿਲ ਦੇ। ਪਹਿਲੇ ਪੜਾਅ ਦੇ ਵਿੱਚ ਹੀ ਚੇਤਾ ਕਰਵਾ ਦਿੱਤਾ ਕਿ ਪਹਿਲੀ ਗੱਲ ਸਾਨੂੰ ਅਕਾਲ ਪੁਰਖ ਆਪਣੇ ਮੂਲ ਪਰਮੇਸ਼ਰ ਦਾ ਹਮੇਸ਼ਾ ਚੇਤਾ ਰਹਿਣਾ ਚਾਹੀਦਾ ਹੈ। ਉਹਨੂੰ ਭੁਲਾ ਕੇ ਨਹੀਂ ਅਸੀਂ ਕੁਝ ਪ੍ਰਾਪਤ ਕਰ ਸਕਦੇ। ਚੇਤੇ ਨਾਲ ਹੀ ਅਸੀਂ ਚਿੰਤਨ ਕਰਦੇ ਹੋਏ ਉਸ ਚੇਤਨ ਵਿੱਚ ਸਮਾ ਸਕਦੇ ਹਾਂ। ਤੋ ਇਹਦਾ ਜੋ ਸਮਾਪਤੀ ਹੁੰਦੀ ਹੈ 12 ਮਾਹਾਂ ਦੀ, ਉਹ ਫਲਗੁਣ ਦੇ ਭਾਵ ਫੱਗਣ ਦੇ ਮਹੀਨੇ ਤੇ ਕੀਤੀ ਜਾਂਦੀ ਹੈ। ਫਲਗੁਣ ਦਾ ਜੋ ਅਰਥ ਕੀਤਾ ਵਿਦਵਾਨ ਸੱਜਣਾ ਨੇ, ਆਮ ਤੌਰ ਤੇ ਅਸੀਂ ਭਾਸ਼ਾ ਵਿੱਚ ਫੱਗਣ ਹੀ ਕਹਿੰਦੇ ਹਾਂ, ਪਰ ਗੁਰੂ ਸਾਹਿਬ ਨੇ ਇੱਥੇ ਫੱਗਣ ਸ਼ਬਦ ਨਹੀਂ ਵਰਤਿਆ, ਫਲ ਗੁਣ ਸ਼ਬਦ ਵਰਤਿਆ ਹੈ। ਇਹਦਾ ਅਰਥ ਹੈ ਜਦੋਂ ਗੁਣ ਫਲੇ ਹਨ, ਗੁਣਾਂ ਨੂੰ ਫਲ ਲੱਗ ਗਿਆ, ਕਿਸੇ ਦੀ ਮਿਹਨਤ
ਸਫਲ ਹੋ ਗਈ ਹੈ। ਤੋ ਜਦੋਂ ਮਿਹਨਤ ਸਫਲ ਹੁੰਦੀ ਹੈ, ਮਾਝ ਰਾਗ ਅੰਦਰ ਦਾ ਜੋ ਸ਼ਬਦ ਹੈ ਉੱਥੇ ਆਇਆ ਹੈ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ, ਹਿਰਦੇ ਵਿੱਚ ਆਤਮ ਗਿਆਨ ਹੋ ਗਿਆ, ਸੋਝੀ ਆ ਗਈ, ਅਗਿਆਨ ਮਿਟ ਗਿਆ, ਚਾਨਣ ਹੋ ਗਿਆ, ਸੱਚ ਪ੍ਰਗਟ ਹੋ ਗਿਆ, ਤੇ ਕਹਿੰਦੇ ਅੰਦਰ ਆਨੰਦ ਬਣ ਗਿਆ, ਭਾਵ ਇਸ ਮਨੁੱਖੀ ਜਾਮੇ ਦੀ ਮਿਹਨਤ ਸਫਲ ਹੋ ਗਈ। ਤੋ ਹੁਣ ਫਲਗੁਣ ਦੇ ਇਸ ਮਹੀਨੇ ਵਿੱਚ ਕੀ ਉਪਦੇਸ਼ ਹੈ, ਆਓ ਉਹਨੂੰ ਆਪਾਂ ਸਰਵਣ ਕਰੀਏ। ਸਭ ਤੋਂ ਪਹਿਲਾਂ ਆਪਾਂ ਸ਼ਬਦ ਪੜ੍ਹਦੇ ਹਾਂ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ। ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅਨ ਦਿਨ ਰਹਿਸ ਭਇਆ ਆਪ ਗਵਾਇਆ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ, ਬਹੁਤੇ ਵੇਸ ਘਰੀ ਫਿਰ ਬਾਝੋ, ਮਹਿਲੀ ਲਹਾ ਨ ਥਾਓ। ਹਾਰ ਡੋਰ ਰਸਪਾਟ ਪਟੰਬਰ, ਫਿਰ ਲੋੜੀ ਸ਼ਿੰਗਾਰੀ। ਨਾਨਕ ਮੇਲ ਲਈ ਗੁਰ ਆਪਣੇ, ਕਰ ਵਰ ਪਾਇਆ ਨਾਰੀ। ਹਾਰ ਡੋਰ ਰਸਪਾਟ ਪਟੰਬਰ, ਫਿਰ ਲੋੜੀ ਸ਼ਿੰਗਾਰੀ। ਨਾਨਕ ਮੇਲ ਲਈ ਗੁਰ ਆਪਣੇ, ਕਰ ਵਰ ਪਾਇਆ ਨਾਰੀ। ਇੱਥੇ ਇਹ ਪਾਵਨ ਸ਼ਬਦ ਦਾ ਪਾਠ 12 ਮਾਹਾਂ ਦੇ 12ਵੇਂ ਮਹੀਨੇ ਦਾ ਪਾਠ ਹੈ। ਇਹਦੀ ਹੁਣ ਵਿਚਾਰ ਜੋ ਹੈ, ਮਹਾਰਾਜ ਨੇ ਪਹਿਲੀ ਪੰਕਤੀ ਉਚਾਰੀ ਹੈ, ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ। ਬੇਨਤੀ ਕੀਤੀ ਹੈ, ਫਲਗੁਣ ਸ਼ਬਦ ਦਾ ਅਰਥ ਹੈ ਗੁਣਾਂ ਦਾ ਫਲ ਜਾਣਾ, ਮਿਹਨਤ ਦਾ ਸਫਲ ਹੋ ਜਾਣਾ। ਇਸ ਜੀਵ ਨੇ ਚੇਤੇ ਤੋਂ ਚੱਲ ਕੇ, ਅਸੀਂ ਜਿਵੇਂ ਇਹ 12 ਮਾਹਾਂ ਦਾ ਭਾਵ ਤਾਂ ਲਿਆ ਜਾਂਦਾ ਹੈ, ਜਿਵੇਂ ਬਾਹਰੀ ਮੌਸਮ ਹੈ, ਮੌਸਮ ਦੇ ਵਿੱਚ ਬਦਲਾਵ ਹੁੰਦਾ ਹੈ, ਬਦਲਾਵ ਹੁੰਦਾ ਹੈ, ਰੁੱਤਾਂ ਬਦਲਦੀਆਂ ਨੇ, ਮੌਸਮ ਬਦਲਦਾ ਰਹਿੰਦਾ ਹੈ। ਕਦੀ ਵਾਢੀਆਂ ਆ ਜਾਂਦੀਆਂ ਨੇ, ਵਿਸਾਖ ਧੀਰਨ ਕਿਉਂ ਵਾਢੀਆਂ, ਫਿਰ ਉਸ ਤੋਂ ਬਾਅਦ ਜੇਠ ਹਾੜ ਦੀ ਅਤ ਦਰਜੇ ਦੀ ਗਰਮੀ ਤਪਸ਼, ਫਿਰ ਸਾਵਣ ਭਾਦੋਂ, ਫਿਰ ਅੱਸੂ ਕੱਤਾ ਜਿਹੜਾ ਹੁਮਸ ਵਾਲਾ ਮੌਸਮ, ਵਿਚਕਾਰਲਾ ਜਿਹਾ ਮੌਸਮ, ਫਿਰ ਮੱਘਰ ਤੇ ਪੋਹ ਮਾਘ, ਫਿਰ ਠੰਡ, ਫਿਰ ਬਹੁਤ ਜ਼ਿਆਦਾ ਠੰਡ ਜਿਹਨੂੰ ਕਹਿੰਦੇ ਆ ਪੋਖ ਤੁਖਾਰ, ਕਕਰੀਲੀ ਸਰਦੀ, ਧੁੰਦਾਂ ਪੈਣੀਆਂ, ਬਹੁਤ ਜ਼ਿਆਦਾ ਸਰਦੀ ਦਾ ਰੁੱਖਾਪਣ, ਕਠੋਰਪਣ। ਉਸ ਤੋਂ ਬਾਅਦ ਫਿਰ ਜਾ ਕੇ ਮਾਘ ਤੋਂ ਬਾਅਦ ਫਿਰ ਬਸੰਤ ਆਉਂਦੀ ਹੈ। ਬਸੰਤ ਦਾ ਜਿਹੜਾ ਵਿਚਕਾਰ ਮੌਸਮ ਹੁੰਦਾ ਹੈ, ਇਹ ਫਲਗੁਣ ਤੱਕ ਇੱਕ ਬਹੁਤ ਜ਼ਿਆਦਾ, ਜਦੋਂ ਠੰਡ ਵੀ ਨਹੀਂ, ਗਰਮੀ ਵੀ ਨਹੀਂ, ਪਤਝੜ ਵੀ ਹੁੰਦੀ ਹੈ, ਆਪਾਂ ਕਹਿੰਦੇ ਹਾਂ ਕਿ ਬਹਾਰ ਹੁੰਦੀ ਹੈ, ਫੁੱਲ ਖਿੜਦੇ ਨੇ, ਦਰਖਤਾਂ ਤੇ ਹਰਿਆਵਲ ਆਉਂਦੀ ਹੈ, ਮੌਸਮ ਬੜਾ ਵਧੀਆ ਹੁੰਦਾ ਹੈ। ਬਾਹਰੀ ਤੌਰ ਤੇ, ਸਮਾਜਿਕ ਸੰਸਾਰਿਕ ਤੌਰ ਤੇ ਵਿਚਰਦਿਆਂ ਵੀ ਇੱਕ ਦੂਸਰੇ ਨਾਲ ਮਿਲਾਪ ਕਰਨ ਦਾ ਦਿਲ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਮਿਲਣ ਨੂੰ, ਜਾਣ ਨੂੰ, ਖਾਣ ਪੀਣ ਨੂੰ ਦਿਲ ਕਰਦਾ ਹੈ। ਇੱਕ ਵਧੀਆ ਮੌਸਮ ਸਭ ਤੋਂ ਸਾਰੀਆਂ ਰੁੱਤਾਂ ਦਾ। ਹੁਣ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀ ਸਾਡੀ ਜੀਵ ਆਤਮਾ ਹੈ, ਸਾਡੇ ਅੰਦਰ ਵੀ ਬਹੁਤ ਸਾਰੇ ਬਦਲਾਵ ਆਉਂਦੇ ਨੇ। ਤੁਸੀਂ ਧਿਆਨ ਵਿੱਚ ਦਿਓ, ਜਿਵੇਂ ਬਾਹਰ ਮੌਸਮ ਬਦਲਦਾ ਹੈ, ਬਾਹਰ ਰੁੱਤ ਬਦਲਦੀ ਹੈ, ਮਨ ਦੀ ਵੀ ਇੱਕ ਰੁੱਤ ਹੁੰਦੀ ਹੈ, ਮੌਸਮ ਹੁੰਦਾ ਹੈ। ਮਨ ਵੀ ਤੁਸੀਂ ਵੇਖੋਗੇ ਕਦੀ ਸਾਡਾ ਬਿਲਕੁਲ ਠੰਡਾ ਹੁੰਦਾ ਹੈ, ਬੜੇ ਅਸੀਂ ਠੰਡੇ ਹੁੰਦੇ ਹਾਂ, ਸ਼ਾਂਤ ਹੁੰਦੇ ਹਾਂ, ਅਸੀਂ ਕਹਿੰਦੇ ਬੜਾ ਠੰਡੇ ਸੁਭਾਅ ਦਾ ਬੰਦਾ ਜੀ, ਉਦੋਂ ਅਸੀਂ ਪੋਹ ਦੇ ਮਹੀਨੇ 'ਚ ਜੀ ਰਹੇ ਹੁੰਦੇ ਹਾਂ। ਤੇ ਕਈ ਵਾਰੀ ਬੰਦਾ ਬੜੇ ਕ੍ਰੋਧ ਵਿੱਚ ਹੁੰਦਾ ਹੈ, ਕਈ ਲੋਕ ਬਹੁਤ ਕ੍ਰੋਧੀ ਹੁੰਦੇ ਨੇ, ਹੰਕਾਰੀ ਹੁੰਦੇ ਨੇ, ਅੱਗ ਵਿੱਚ ਛੱਡਦੇ ਨੇ, ਤਪੇ ਹੁੰਦੇ ਨੇ, ਕੌੜੇ ਬੋਲ ਬੋਲਦੇ ਨੇ। ਉਹਨਾਂ ਦੇ ਅੰਦਰ ਉਸ ਟਾਈਮ ਜੇਠ ਤੇ ਹਾੜ ਦਾ ਮਹੀਨਾ ਚੱਲਦਾ ਹੁੰਦਾ ਹੈ, ਹਨਾ। ਕਈ ਲੋਕ ਭੱਜ ਨੱਠ ਲਗਾਤਾਰ ਬਰਸ ਰਹੇ ਨੇ, ਬੋਲੀ ਜਾ ਰਹੇ ਨੇ, ਤਪੀ ਜਾ ਰਹੇ ਨੇ, ਉਹ ਕਹਿੰਦੇ ਵੀ ਸਾਵਣ ਦੀ ਮੀਂਹ ਵਾਂਗੂ ਬਰਸੀ ਜਾ ਰਹੇ ਨੇ, ਦੌੜ ਭੱਜ ਚੱਲੀ ਜਾ ਰਹੀ ਹੈ ਦੁਨੀਆ ਦੀ। ਕਈ ਲੋਕ ਬਸੰਤ, ਮਾਘ, ਫਗਲਗੁਣ ਦੇ ਮਹੀਨੇ ਵਾਂਗ ਬੜੇ ਖਿੜਾਅ ਵਿੱਚ ਹੁੰਦੇ ਨੇ, ਬੜੀ ਚੜ੍ਹਦੀ ਕਲਾ 'ਚ ਹੁੰਦੇ ਨੇ, ਬੜੇ ਸਹਿਜ ਵਿੱਚ ਹੁੰਦੇ ਨੇ। ਫੱਗਣ ਦਾ ਮਹੀਨਾ ਗੁਰਬਾਣੀ ਦੇ ਮੁਤਾਬਿਕ, 12 ਮਾਹਾਂ ਦੇ ਮੁਤਾਬਿਕ ਪ੍ਰਾਪਤੀ ਦਾ ਮਹੀਨਾ ਹੈ। ਜਿਵੇਂ ਇੱਕ ਬੱਚਾ 1 ਸਾਲ ਮਿਹਨਤ ਕਰਦਾ ਹੈ, 12 ਮਹੀਨੇ ਮਿਹਨਤ ਕਰਦਾ ਹੈ, ਉਹਦੀ ਮਿਹਨਤ ਦਾ ਰਿਜ਼ਲਟ 12ਵੇਂ ਮਹੀਨੇ 'ਚ ਆ ਜਾਂਦਾ ਹੈ, 1 ਸਾਲ ਬਾਅਦ। ਜਿਹੜੇ ਮਨ ਲਗਾ ਕੇ ਪੜ੍ਹੇ, ਜਿਨ੍ਹਾਂ ਨੇ ਆਪਣੇ ਅਧਿਆਪਕ ਜਾਂ ਟੀਚਰ ਦੇ, ਉਸਤਾਦ ਦੇ ਮੁਤਾਬਿਕ ਪੜ੍ਹਾਈ ਪੜ੍ਹੀ, ਜੋ ਉਹਨੇ ਪੜ੍ਹਾਇਆ ਉਹ ਪੜ੍ਹਿਆ, ਉਹਨੇ ਜੋ ਸਿਖਾਇਆ ਉਹ ਸਿੱਖਿਆ, ਜੋ ਕਿਹਾ ਉਹ ਕੀਤਾ, ਉਹ ਅਖੀਰ ਵਿੱਚ ਆ ਕੇ ਪਾਸ ਐਲਾਨ ਦਿੱਤੇ ਜਾਂਦੇ ਨੇ, ਉਹ ਪਾਸ ਹੋ ਜਾਂਦੇ ਨੇ, ਉਹਨਾਂ ਦੀ ਮਿਹਨਤ ਫਲ ਜਾਂਦੀ ਹੈ, ਉਹਨਾਂ ਦੇ ਗੁਣਾਂ ਨੂੰ ਫਲ ਲੱਗਦਾ ਹੈ।
ਇਸੇ ਤਰ੍ਹਾਂ ਜਿਹੜੀਆਂ ਜੀਵ ਆਤਮਾਵਾਂ ਇਸ ਸੰਸਾਰ ਰੂਪੀ ਸਕੂਲ ਦੇ ਵਿੱਚ ਰਹਿ ਕੇ ਗੁਰੂ ਜੀ ਦੀ ਗੁਰਬਾਣੀ ਦੀ ਪੜ੍ਹਾਈ ਕਰਦੇ ਨੇ, ਗੁਰੂ ਜੀ ਤੋਂ ਸਿੱਖਿਆ ਲੈ ਕੇ ਗੁਰਬਾਣੀ ਦੀ ਪੜ੍ਹਾਈ ਕਰਦੇ ਨੇ, ਸਟੱਡੀ ਕਰਦੇ ਨੇ, ਗੁਰੂ ਦੇ ਹੁਕਮ ਵਿੱਚ ਆ ਜਾਂਦੇ ਨੇ, ਭਾਣੇ ਵਿੱਚ ਚੱਲਣ ਦਾ ਸਬਕ ਸਿੱਖਦੇ ਨੇ, ਰਜ਼ਾ ਵਿੱਚ ਚੱਲਣ ਦਾ ਸਬਕ ਸਿੱਖਦੇ ਨੇ, ਆਪਣੇ ਮਨ ਦਾ ਅਗਿਆਨ ਕਮੀਆਂ ਦੂਰ ਕਰਦੇ ਨੇ, ਆਪਣੇ ਅੰਦਰੋਂ ਕੂੜ ਖਤਮ ਕਰਦੇ ਨੇ, ਵਿਕਾਰ ਖਤਮ ਕਰਦੇ ਨੇ, ਹਨਾ, ਜੋ ਵੀ ਸਾਡੇ ਮਨ ਨੂੰ ਰੋਗ ਨੇ ਉਹਨਾਂ ਤੋਂ ਨਿਜਾਤ ਪਾਉਂਦੇ ਨੇ ਤੇ ਭਗਤੀ ਵਾਲੇ ਪਾਸੇ, ਬੰਦਗੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਤੁਰਦੇ ਨੇ। ਉਹਨਾਂ ਦਾ ਫਲਗੁਣ ਦੇ ਵਿੱਚ ਜਾ ਕੇ ਰਿਜ਼ਲਟ ਨਿਕਲਦਾ ਹੈ। ਹਾਲਾਂਕਿ ਸੰਸਾਰੀ ਬੈਰੂਨੀ ਤੌਰ ਤੇ ਫੱਗਣ ਸਾਲ ਬਾਅਦ ਆ ਜਾਏਗਾ, 265 365 ਦਿਨ ਬਾਅਦ ਫੇਰ ਆ ਜਾਏਗਾ, ਪਰ ਸਾਡੇ ਮਨ ਦੇ ਅੰਦਰ ਇੱਕੋ ਵਾਰ ਫੱਗਣ ਦਾ ਮਹੀਨਾ ਆਉਣਾ ਹੈ, ਇੱਕੋ ਵਾਰ। ਫੱਗਣ ਦਾ ਮਹੀਨੇ ਦਾ ਭਾਵ ਹੈ ਵੀ ਸਾਡੀ ਜੀਵਨ ਯਾਤਰਾ ਸਫਲ ਹੈ। ਹੁਣ ਮਹਾਰਾਜ ਕਹਿੰਦੇ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਗੁਣਾਂ ਨੂੰ ਜਦੋਂ ਫਲ ਲੱਗਿਆ, ਇਹ ਜੀਵ ਆਤਮਾ ਗਿਆਨ ਤੱਕ, ਸੱਚ ਤੱਕ ਪਹੁੰਚੀ, ਇਹਦੇ ਜ਼ਿੰਦਗੀ ਦੇ ਜੋ ਕਰਮ ਨੇ ਉਹ ਚੰਗੇ ਹੋ ਗਏ, ਵਿਕਾਰ ਖਤਮ ਹੋ ਗਏ, ਦੁਬਿਧਾ ਮਿਟ ਗਈ, ਹਿਰਦੇ ਵਿੱਚ ਸੱਚ ਭਰ ਗਿਆ। ਮਨ ਰਹੱਸੀ, ਮਨ ਦੇ ਅੰਦਰ ਬੜੀ ਖੁਸ਼ੀ ਹੋਈ ਹੈ। ਰਹੱਸੀ ਦਾ ਅਰਥ ਹੈ ਖੁਸ਼ ਹੋਣਾ, ਖਿੜਾਅ ਵਿੱਚ ਆ ਜਾਣਾ, ਵਿਗਾਸ ਵਿੱਚ ਆ ਜਾਣਾ। ਪ੍ਰੇਮ ਸੁਭਾਇਆ, ਜਦੋਂ ਫਿਰ ਇਹਦੇ ਮਨ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਹੋਇਆ, ਪ੍ਰੇਮ ਪੈਦਾ ਹੋ ਗਿਆ, ਜਾਂ ਇੰਝ ਕਹ ਲਓ ਪ੍ਰੇਮ ਪੈਦਾ ਹੋਣ ਨਾਲ ਸਾਡੇ ਮਨ ਦੇ ਵਿੱਚ ਖੇੜਾ ਪੈਦਾ ਹੁੰਦਾ ਹੈ, ਮਨ ਟਿਕਾ ਵਿੱਚ ਆਉਂਦਾ ਹੈ, ਮਨ ਸ਼ਾਂਤੀ ਵਿੱਚ ਆਉਂਦਾ ਹੈ, ਮਨ ਉਸ ਅਕਾਲ ਪੁਰਖ ਦੇ ਗੁਣਾਂ ਵਾਲੇ ਪਾਸੇ ਤੁਰਦਾ ਹੈ। ਅਸਲ ਵਿੱਚ ਸਾਰੀ ਖੇਡ ਸਾਧ ਸੰਗਤ ਜੀ ਮਨ ਦੀ ਹੈ। ਮਨ ਹੀ ਸਾਡਾ ਅਗਿਆਨ ਵਿੱਚ ਹੈ, ਮਨ ਹੀ ਸਾਡਾ ਵਿਕਾਰਾਂ 'ਚ ਹੈ, ਮਨ ਹੀ ਸਾਡਾ ਇਸ ਚੀਜ਼ ਜੰਜਾਲ ਦੇ ਵਿੱਚ ਫਸਿਆ, ਮਨ ਹੀ ਮਾਇਆ ਵਿੱਚ ਗਲਤਾਨ ਹੈ। ਮਨ ਦਾ ਹੀ ਸੁਧਾਰ ਹੋਣਾ ਹੈ, ਮਨ ਨੇ ਹੀ ਗਿਆਨ ਲੈ ਕੇ, ਸੱਚ ਪ੍ਰਾਪਤ ਕਰਕੇ, ਸਚਿਆਰ ਹੋ ਕੇ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨ ਹੋਣਾ ਹੈ। ਤਾਂ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ, ਮਨ ਦੀ ਮਿਹਨਤ ਸਫਲ ਹੋਈ ਹੈ। ਮਨ ਨੇ ਤਪੱਸਿਆ ਕੀਤੀ, ਕਠਨ ਘਾਲਣਾ ਘਾਲੀ, ਆਪਣੀ ਜ਼ਿੰਦਗੀ ਨੂੰ ਸੰਸਾਰ ਸਾਗਰ ਦੇ ਵਿੱਚ ਰਹਿੰਦਿਆਂ ਬੜੀ ਚੜ੍ਹਦੀ ਕਲਾ 'ਚ ਬਤੀਤ ਕੀਤਾ, ਭਾਣੇ 'ਚ ਚੱਲਿਆ, ਹੁਕਮ 'ਚ ਚੱਲਿਆ, ਉਸ ਮਾਲਿਕ ਦੀ ਰਜ਼ਾ ਨੂੰ ਸਮਝਿਆ, ਦੁੱਖ ਸੁੱਖ ਤੋਂ ਉੱਪਰ ਉੱਚਾ ਉੱਠ ਕੇ ਜੀਵਿਆ, ਵਿਸ਼ੇ ਵਿਕਾਰਾਂ ਤੋਂ ਬਚ ਕੇ ਜੀਵਿਆ, ਅਗਿਆਨ ਬੰਧਨਾਂ ਤੋਂ ਮੁਕਤ ਹੋਇਆ। ਉਦੋਂ ਫਿਰ ਇਹਦੇ ਅੰਦਰ ਮਨ ਇਹਦਾ ਜਿਸ ਟਿਕਾ ਵਿੱਚ ਆਇਆ ਤੇ ਪ੍ਰੇਮ ਸੁਭਾਇਆ, ਪ੍ਰੇਮ ਦੇ ਰਸ ਨੂੰ ਵੀ ਇਹਨੇ ਚੱਖ ਲਿਆ। ਅੱਗੇ ਕਹਿੰਦੇ ਨੇ ਅਨ ਦਿਨ ਰਹਿਸ ਭਇਆ ਆਪ ਗਵਾਇਆ, ਦਿਨ ਰਾਤ ਫਿਰ ਖੁਸ਼ੀ ਹੈ। ਉਹ ਖੁਸ਼ੀ ਹੁਣ ਇੱਕ ਪਲ ਦੀ ਨਹੀਂ, ਹਰ ਸਮੇਂ ਜਿਤਨਾ ਚਿਰ ਤੱਕ ਜੀਵਨ ਹੈ, ਹਰ ਪਲ ਹਰ ਘੜੀ ਖੁਸ਼ੀ ਵਿੱਚ ਹੀ ਗੁਜ਼ਰਦੀ ਹੈ। ਆਪ ਗਵਾਇਆ ਕਿਉਂ? ਕਹਿੰਦੇ ਹੁਣ ਆਪਾ ਭਾਵ ਮਿਟ ਗਿਆ, ਆਪਾ ਭਾਵ ਗਵਾ ਲਿਆ, ਕਿਉਂਕਿ ਬੰਦੇ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਰੋਗ ਗੁਰੂ ਸਾਹਿਬ ਨੇ ਮੰਨਿਆ ਉਹ ਹਉਮੈ ਦਾ ਹੈ, ਹੰਕਾਰ ਦਾ ਹੈ। ਆਪਾ ਜਤਾਉਣਾ, ਆਪਣੇ ਆਪ ਨੂੰ ਮੂਹਰੇ ਰੱਖਣਾ, ਆਪਣੀ ਮੈਂ ਨੂੰ ਪ੍ਰਗਟ ਕਰਨਾ, ਕਿਉਂਕਿ ਇਹੀ ਸਭ ਤੋਂ ਵੱਡਾ ਰੋਗ ਸੀ। ਮਹਾਰਾਜ ਨੇ ਕਿਹਾ ਇਹਨੇ ਜਿੰਨਾ ਚਿਰ ਆਪੇ ਦੇ ਨੂੰ ਨਹੀਂ ਗਵਾਇਆ, ਇਹਨੇ ਸੱਚ ਨਹੀਂ ਪਾਇਆ, ਪਰ ਜਦੋਂ ਆਪ ਗਵਾਇਆ ਤਾਂ ਖੁਸ਼ੀ ਤੇ ਖੇੜੇ ਵਿੱਚ ਆ ਗਿਆ। ਜਿਵੇਂ ਕਿ ਅਸੀਂ ਬਚਨ ਪੜ੍ਹਦੇ ਹਾਂ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ। ਆਪ ਗਵਾਇਆ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਜਿੱਧਰ ਵੀ ਵੇਖਦਾ ਇਹਨੂੰ ਤੂੰ ਨਜ਼ਰ ਆ ਰਿਹਾ, ਹੁਣ ਮੈਂ ਵਿੱਚ ਨਹੀਂ ਹੈ, ਹੁਣ ਇਹ ਤੂੰ ਵਿੱਚ ਸਮਾ ਗਿਆ, ਤੂੰ ਵਿੱਚ ਲੀਨ ਹੈ, ਤੂੰ ਦਾ ਰੂਪ ਹੋ ਚੁੱਕਿਆ। ਇਹ ਆਪ ਗਵਾਉਣਾ ਹੀ ਅਸਲ ਵਿੱਚ ਸੱਚ ਦੀ ਪ੍ਰਾਪਤੀ ਹੈ। ਆਪ ਗਵਾਈਏ ਤਾਂ ਸ਼ੋਅ ਪਾਈਏ ਔਰ ਕੈਸੀ ਚਤਰਾਈ। ਅਸੀਂ ਆਪਣਾ ਆਪ ਗਵਾ ਲੈਣਾ, ਆਪਣਾ ਆਪ ਗਵਾਉਣਾ ਹੀ ਸ਼ੋਅ ਨੂੰ, ਸੱਚ ਨੂੰ ਪਾਉਣ ਦੇ ਬਰਾਬਰ ਹੈ। ਤੋ ਮਹਾਰਾਜ ਕਹਿੰਦੇ ਅਨ ਦਿਨ ਰਹਸ ਭਇਆ ਆਪ ਗਵਾਇਆ। ਹੁਣ ਜਦੋਂ ਆਪਣਾ ਆਪ ਗਵਾ ਲਿਆ ਨੇ, ਮਨ ਮਰ ਗਿਆ। ਆਪਾ ਗਵਾਉਣ ਦਾ ਅਰਥ ਹੈ ਮਨ ਦਾ ਮਰ ਜਾਣਾ। ਮਰਨਾ ਕੀ ਹੈ? ਮਨ ਦੀ ਹਉ ਮਰ ਜਾਣੀ, ਮੈਂ ਭਾਵ ਮਰ ਜਾਣਾ, ਕਿਉਂਕਿ ਮੈਂ ਹੀ ਇਹਨੂੰ ਤੰਗ ਕਰਦੀ ਹੈ ਨਾ। ਮੈਂ ਜਾਂ ਮੇਰੀ, ਮੇਰੀ ਮੇਰੀ ਕਰਤੇ ਜਨਮ ਗਇਓ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨੀ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮੈਂ ਤੇ ਮੇਰੀ ਦੀ ਭਾਵਨਾ ਦਾ ਮਿਟ ਜਾਣਾ, ਮਰ ਜਾਣਾ ਹੀ ਮਨ ਦਾ ਮਰਨਾ ਹੈ, ਤੇ ਮਰਦਿਆਂ ਹੀ ਇਹਨੂੰ ਜੀਵਨ ਮਿਲਦਾ ਹੈ ਨਵਾਂ, ਜੋ ਸਦ ਜੀਵਨ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਹੁੰਦੀ ਹੈ ਅਨ ਦਿਨ ਰਹਸ ਭਇਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ। ਮਨ ਦਾ ਮੋਹ ਦੂਰ ਕਰ ਦਿੱਤਾ, ਪਰ ਕਦੋਂ ਕੀਤਾ? ਜਾਂ ਤਿਸ ਪਾਇਆ, ਜਦੋਂ ਉਸ ਪਰਮੇਸ਼ਰ ਨੂੰ ਭਾ ਗਿਆ।
ਉਹ ਤੋਂ ਬਾਅਦ ਫਿਰ ਇਹ ਬੇਨਤੀ ਕਰਦਾ, ਕਰ ਕਿਰਪਾ ਕਰ ਆਓ ਕਿ हे ਪ੍ਰਭੂ ਜੀ ਤੁਸੀਂ ਮੇਰੇ ਹਿਰਦੇ ਵਿੱਚ ਆ ਜਾਓ। ਹੁਣ ਦੇਖੋ, ਮਨ ਦਾ ਮੋਹ ਅਸੀਂ ਖਤਮ ਕਰ ਲਈ ਆਏ ਹਾਂ। ਮੋਹ ਵੀ ਹੈ, ਹੰਕਾਰ ਵੀ ਹੈ, ਹੋਰ ਵਿਕਾਰ ਵੀ ਨੇ। ਪਰ ਕਹਿੰਦੇ ਇਹ ਆਪਣੇ ਯਤਨ ਨਾਲ ਨਹੀਂ ਖਤਮ ਹੋਣਾ। ਮੋਹ ਉਦੋਂ ਮਰੂਗਾ ਜਦੋਂ ਉਹਨੂੰ ਭਾ ਜਾਏਗਾ। ਉਹਨੂੰ ਭਾਇਆ, ਉਹਨੂੰ ਚੰਗਾ ਲੱਗਿਆ। ਅਸੀਂ ਉਹਨੂੰ ਭਾਉਣਾ ਹੈ, ਉਹਨੂੰ ਭਾ ਜਾਵਾਂਗੇ, ਉਹ ਸਾਡਾ ਮੋਹ ਖਤਮ ਕਰ ਦੇਗਾ। ਜਿਵੇਂ ਇੱਕ ਮਰੀਜ਼ ਹੈ, ਉਹਨੂੰ ਕੋਈ ਰੋਗ ਲੱਗਿਆ ਹੋਇਆ ਹੈ। ਹੁਣ ਰੋਗ ਦਾ ਪਤਾ ਵੀ ਲੱਗ ਗਿਆ, ਪਹਿਲਾਂ ਤਾਂ ਰੋਗ ਦਾ ਨਹੀਂ ਸੀ ਪਤਾ, ਰੋਗ ਦਾ ਪਤਾ ਲੱਗ ਗਿਆ। ਹੁਣ ਡਾਕਟਰ ਕੋਲ ਆ ਗਿਆ, ਕਲੀਨਿਕ ਵਿੱਚ ਵੀ ਬੈਠਾ ਹੈ। ਪਰ ਜੇ ਡਾਕਟਰ ਉੱਠ ਕੇ ਉਹਦੇ ਤੇ ਕਿਰਪਾ ਕਰੇ, ਭਾਵ ਉਹਦਾ ਰੋਗ ਦਾ ਇਲਾਜ ਕਰੇ, ਤਾਂ ਰੋਗ ਠੀਕ ਹੋਊਗਾ। ਡਾਕਟਰ ਨੂੰ ਭਾ ਗਿਆ ਨਾ ਵੀ ਹਾਂ ਮੈਂ ਇਹਨੂੰ ਠੀਕ ਕਰਨਾ ਹੈ, ਮੈਨੂੰ ਇਹਦੇ ਨਾਲ ਹਮਦਰਦੀ ਹੈ, ਇਹ ਮੇਰੇ ਕੋਲ ਚੱਲ ਕੇ ਆਇਆ ਹੈ, ਇਹ ਦੀਨ ਹੈ, ਨਿਮਾਣਾ ਹੋ ਕੇ ਆਇਆ ਹੈ, ਇਹਦੇ ਅੰਦਰ ਹੰਕਾਰ ਨਹੀਂ ਹੈ। ਜੇ ਉੱਥੇ ਜਾ ਕੇ ਲੜੇ, ਡਾਕਟਰ ਕੋਲ ਆ ਜਾਏ ਤੇ ਆ ਕੇ ਚੱਲ ਵੀ ਡਾਕਟਰ ਉੱਠ, ਫਟਾਫਟ ਮੇਰਾ ਇਲਾਜ ਕਰ, ਜਲਦੀ ਕਰ, ਮੈਨੂੰ ਠੀਕ ਕਰ, ਬਾਕੀਆਂ ਨੂੰ ਛੱਡ ਦੇ ਪਿੱਛੇ, ਬਾਕੀਆਂ ਦੀ ਕੋਈ ਪਰਵਾਹ ਨਾ ਕਰ, ਫਿਰ ਤਾਂ ਡਾਕਟਰ ਠੀਕ ਨਹੀਂ ਕਰੇਗਾ, ਕਿਉਂਕਿ ਡਾਕਟਰ ਨੂੰ ਨਹੀਂ ਪਾਇਆ। ਅਸਲ ਵਿੱਚ ਆਪਾਂ ਜਦੋਂ ਆਪਣੇ ਮਨ ਦਾ ਗੁਮਾਨ ਮਿਟਾ ਕੇ ਆਪਣੇ ਅਹੰਕਾਰ ਨੂੰ, ਈਗੋ ਨੂੰ ਖਤਮ ਕਰਨ ਦੀ ਭਾਵਨਾ ਨਾਲ, ਇੱਕ ਭਾਵ ਵੀ ਬਣ ਜਾਏ ਨਾ ਸਾਡੇ ਅੰਦਰ, ਭਾਵ, ਇਹ ਭਾਵ ਲੈ ਕੇ ਵੀ ਜਾਵਾਂਗੇ। ਮਹਾਰਾਜ ਬੜੇ ਰੋਗ ਨੇ ਸਾਡੇ ਅੰਦਰ, ਤਾਂ ਬੜੀਆਂ ਬੁਰਾਈਆਂ ਨੇ, ਬੜੇ ਔਗਣ ਨੇ। ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਤੀਤੇ ਔਗਣ ਹਮਾਰੇ। ਇਹ ਭਾਵਨਾ ਹੀ ਸਾਨੂੰ ਅਕਾਲ ਪੁਰਖ ਦੇ ਨੇੜੇ ਲੈ ਜਾਏਗੀ। ਇਹ ਭਾਵਨਾ ਨਾਲ ਹੀ ਅਸੀਂ ਨੂੰ ਭਾ ਜਾਵਾਂਗੇ। ਉਹ ਤੋਂ ਬਾਅਦ ਕੀ ਹੋਏਗਾ, ਉਹ ਕਿਰਪਾ ਕਰਕੇ ਸਾਡੇ ਮੋਹ ਨੂੰ ਖਤਮ ਕਰ ਦੇਗਾ। ਭਾਵੇਂ ਅਸੀਂ ਨਿਮਰ ਭਾਵ ਨਾਲ ਉੱਥੇ ਜਾਣਾ ਹੈ, ਬੇਨਤੀ ਕਰਨੀ ਹੈ, ਖਤਮ ਉਹਦੀ ਕਿਰਪਾ ਨਾਲੇ ਹੋਣੇ ਨੇ। ਅਸੀਂ ਸਿਰਫ ਉਹਦੇ ਦਰ ਤੇ ਪ੍ਰਵਾਨ ਹੋਣਾ ਹੈ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਫਿਰ ਕਰ ਕਿਰਪਾ ਕਰ ਆਓ। ਫਿਰ ਬੇਨਤੀ ਹੈ ਕਿ हे ਵਾਹਿਗੁਰੂ ਕਿਰਪਾ ਕਰੋ, ਹੁਣ ਤੁਸੀਂ ਮੇਰੇ ਘਰ ਦੇ ਵਿੱਚ ਆ ਜਾਓ, ਮੇਰੇ ਹਿਰਦੇ ਦੇ ਅੰਦਰ ਸੱਚ ਪ੍ਰਗਟ ਹੋ ਜਾਏ, ਮੇਰੇ ਹਿਰਦੇ 'ਚ ਤੇਰਾ ਨਾਮ ਪ੍ਰਗਟ ਹੋ ਜਾਏ। ਨਾਮ ਤਾਂ ਅੰਦਰ ਹੀ ਹੈ, ਦੇਖੋ ਸਭਨਾਂ ਦੇ, ਜਿੰਨੇ ਵੀ ਜੀਵ ਨੇ ਸਭਨਾਂ ਦੇ ਅੰਦਰ ਨਾਮ ਹੈ। ਕਿਉਂਕਿ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਜਿਸ ਕੋਲ, ਜਿਸ ਜੀਵ ਕੋਲ ਦੇਹੀ ਹੈ, ਉਹਦੇ 'ਚ ਨਾਮ ਦਾ ਵਿਸ਼ਰਾਮ ਹੈ, ਪਰ ਪ੍ਰਗਟ ਸਾਰਿਆਂ ਦਾ ਨਹੀਂ ਹੈਗਾ। ਨਾਮ ਸਭਨਾਂ ਅੰਦਰ ਹੈ, ਪ੍ਰਗਟ ਸਭਨਾਂ ਅੰਦਰ ਨਹੀਂ ਹੈਗਾ। ਜਿਵੇਂ ਸਤਿਗੁਰ ਤਾਂ ਸਾਰਿਆਂ ਦੇ ਅੰਦਰ ਹੈ, ਸਤਿਗੁਰ ਤੇ ਖਾਲੀ ਕੋ ਨਹੀਂ, ਪਰ ਸਤਿਗੁਰ ਪ੍ਰਗਟ ਨਹੀਂ ਕੀਤਾ ਸਾਰਿਆਂ ਨੇ। ਅਸੀਂ ਅਗਿਆਨੀ, ਅੰਧਲੇ, ਅਵਰੇ, ਕਰਮ ਕਮਾਹੇ ਦੀ ਹਾਲਤ 'ਚ ਜੀ ਰਹੇ ਹਾਂ। ਅਸੀਂ ਦੀਵੇ ਜਾਂ ਸੂਰਜ ਵਾਲੇ ਪਾਸੇ ਮੁੱਖ ਨਹੀਂ ਕੀਤਾ, ਅਸੀਂ ਹਨੇਰੇ ਪਾਸੇ ਮੁੱਖ ਕੀਤਾ ਹੋਇਆ। ਅਸੀਂ ਮਾਇਆ ਨੂੰ, ਸੰਸਾਰ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ। ਅਸੀਂ ਦੀਨ ਗਵਾਇਆ, ਦੁਨੀਸ਼ਾ ਵਾਲੀ ਹਾਲਤ ਵਿੱਚ ਜੀ ਰਹੇ ਹਾਂ। ਤੂੰ ਕਰ ਕਿਰਪਾ ਕਰ ਆਓ, ਮੇਰੇ ਅੰਦਰ ਤੂੰ ਪ੍ਰਗਟ ਹੋ, ਮੇਰੇ ਅੰਦਰ ਸਾਚ ਆ ਜਾਏ, ਸਾਚ ਸ਼ਬਦ ਦੀ ਜੋਤ ਜਗ ਜਾਏ। ਇਹ ਬੇਨਤੀ ਹੁਣ ਕੀਤੀ ਜਾ ਰਹੀ ਹੈ। ਬਹੁਤੇ ਵੇਸ ਕਰੀ ਪਿਰ ਬਾਝੋਂ, ਮਹਿਲੀ ਲਾਹਾ ਨਾ ਥਾਓ। ਆਹ ਪੰਕਤੀ ਬੜੀ ਵਧੀਆ ਹੈ। ਗੁਰੂ ਸਾਹਿਬ ਕਹਿੰਦੇ, ਜੇ ਇਹ ਜੀਵ, ਇਹ ਬੰਦਾ, ਇਹ ਇਨਸਾਨ ਬੜੇ ਵੇਸ਼ ਧਾਰਨ ਕਰੇ, ਬੜੇ ਸ਼ਿੰਗਾਰ ਕਰੇ। ਹੁਣ ਉਹਦੇ ਵੇਸ਼ ਦਾ ਅਰਥ ਹੈ ਸ਼ਿੰਗਾਰ, ਸ਼ਿੰਗਾਰ ਦਾ ਅਰਥ ਹੈ ਧਾਰਮਿਕ ਅਡੰਬਰ ਦੇ ਕਰਮ, ਕਰਮ ਧਰਮ, ਜਿਹਨੂੰ ਕਿਹਾ ਨਾ ਕਰਮ ਧਰਮ ਪਖੰਡ ਜੋ ਦਿਸ਼ਾ ਹੈ। ਧਾਰਮਿਕ ਜਗਤ ਦਾ ਉਹ ਵੇਸ਼ ਨੇ, ਸ਼ਿੰਗਾਰ ਨੇ ਉਹ। ਜਿਵੇਂ ਆਪਾਂ ਭਾਦੋਂ ਦੇ ਵਿੱਚ ਪੜ੍ਹਦੇ ਹਾਂ ਨਾ, ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ। ਅਸੀਂ ਲੱਖਾਂ ਤਰ੍ਹਾਂ ਦੇ ਅਡੰਬਰ ਰਚ ਲਈਏ, ਲੱਖਾਂ ਤਰ੍ਹਾਂ ਦੇ ਧਰਮ ਦੇ ਨਾਂ ਤੇ ਸ਼ਿੰਗਾਰ ਕਰ ਦਈਏ। ਜਿਵੇਂ ਹੁਣ ਆ ਦੇਖੋ ਤੁਸੀਂ, ਲੋਕ ਸੋਨਾ ਦਿੰਦੇ ਨੇ ਧਾਰਮਿਕ ਸਥਾਨਾਂ ਤੇ, ਚਾਂਦੀ ਦਿੰਦੇ ਨੇ, ਕੋਈ ਹੀਰੇ ਦਿੰਦਾ ਹੈ, ਕੋਈ ਮਹਿੰਗੀਆਂ ਭੇਟਾਵਾਂ ਦਿੰਦਾ। ਇਹ ਸਾਰਾ ਕੀ ਹੈ, ਧਰਮ ਦਾ ਵੇਸ਼ ਹੈ, ਸ਼ਿੰਗਾਰ। ਅਸੀਂ ਗੁਰਦੁਆਰੇ, ਮੰਦਿਰਾਂ ਨੂੰ, ਧਾਰਮਿਕ ਸਥਾਨਾਂ ਨੂੰ ਸਜਾਉਂਦੇ ਹਾਂ, ਉਹਨਾਂ ਨੂੰ ਸੋਨਾ ਲਾਉਂਦੇ ਹਾਂ, ਪੱਥਰ ਲਾਉਂਦੇ ਹਾਂ, ਹਨਾ, ਮਹਿੰਗੇ ਮਹਿੰਗੇ ਉੱਥੇ ਆਲੀਸ਼ਾਨ ਕਹਿ ਲਈ ਇੱਕ ਡੈਕੋਰੇਟ ਕਰਦੇ ਹਾਂ ਅਸੀਂ ਵਧੀਆ ਤਰੀਕੇ ਨਾਲ। ਆਪਣੇ ਆਪ ਨੂੰ ਅਸੀਂ ਸਵਾਰਦੇ ਹਾਂ, ਡੈਕੋਰੇਟ ਕਰਦੇ ਹਾਂ, ਧਾਰਮਿਕ ਪਹਿਰਾਵਾ ਪਹਿਨਦੇ ਹਾਂ। ਜਿਵੇਂ ਉਹ ਆਂਦਾ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋ ਧੋਤੀ ਬਸਤਰ ਕਪਾਟੰ। ਇਹ ਸਾਰਾ ਕੀ ਆ, ਧਰਮ ਦਾ ਸ਼ਿੰਗਾਰ ਹੈ। ਧਾਰਮਿਕ ਸਥਾਨ ਨੂੰ ਵੀ ਅਸੀਂ ਸ਼ਿੰਗਾਰਦੇ ਹਾਂ, ਆਪਣੇ ਆਪ ਨੂੰ ਵੀ ਸ਼ਿੰਗਾਰਦੇ ਹਾਂ। ਪਰ ਮਹਾਰਾਜ ਕਹਿੰਦੇ, ਇਹ ਸਾਰੇ ਵੇਸ਼, ਬਹੁਤੇ ਵੇਸ਼ ਕਰੀ ਕਰਦਾ ਹੈ ਪਿਰ ਬਾਝੋਂ, ਪਰ ਪਿਰ ਨਹੀਂ ਹੈ, ਪਿਆਰਾ ਨਾਲ ਨਹੀਂ ਹੈ, ਗੁਰੂ ਨਾਲ ਨਹੀਂ ਹੈ, ਗੁਰੂ ਦੇ ਹੁਕਮ ਵਿੱਚ ਨਹੀਂ ਹੈ। ਉਹਦੇ ਹੁਕਮ ਤੋਂ ਬਾਹਰ ਜਾ ਕੇ ਸ਼ਿੰਗਾਰ ਕਰਦਾ ਹੈ।
ਮਹਿਲੀ ਲਾਹਾ ਨਾ ਥਾਉ, ਇਸ ਤਰ੍ਹਾਂ ਰੱਬ ਦੇ ਘਰ ਵਿੱਚ ਇਹਨੂੰ ਟਿਕਾਣਾ ਨਹੀਂ ਮਿਲੇਗਾ। ਕੱਲੀ ਸਜਾਵਟ ਨਾਲ, ਕੱਲੇ ਦਾਨ ਪੁੰਨ ਨਾਲ, ਕੱਲੇ ਸ਼ਿੰਗਾਰ ਕਰਨ ਨਾਲ ਰੱਬ ਦੇ ਘਰ ਵਿੱਚ ਟਿਕਾਣਾ ਨਹੀਂ ਹੈ, ਨਿੱਜ ਘਰ ਵਿੱਚ ਵਾਸ ਨਹੀਂ ਹੋ ਸਕਦਾ। ਇਹ ਬੜੀ ਕੀਮਤੀ ਪੰਕਤੀ ਹੈ। ਹਰ ਹਾਂ ਕੰਤੈ ਬਾਜ ਸ਼ਿੰਗਾਰ, ਸਭ ਬਿਰਥਾ ਜਾਈਐ। ਕੰਤ ਤੋਂ ਬਿਨਾਂ ਤੇ ਸਾਰਾ ਸ਼ਿੰਗਾਰ ਹੀ ਬਿਰਥਾ ਹੋ ਜਾਂਦਾ ਹੈ। ਅਸੀਂ ਅੱਜ ਦਾ ਮਨੁੱਖ ਧਾਰਮਿਕ ਜਗਤ ਵਿੱਚ ਇੱਥੇ ਖਲੋ ਗਿਆ ਵੀ ਕੰਤ ਹੈ ਨਹੀਂ, ਸ਼ਿੰਗਾਰ ਕਰੀ ਫਿਰਦਾ। ਇੰਜ ਕਹਿ ਲਓ ਵੀ ਜਿਵੇਂ ਇੱਕ ਲੜਕੀ ਪਤੀ ਤੋਂ ਤਾਂ ਛੁੱਟੜ ਹੈ, ਤਲਾਕ ਹੋ ਗਿਆ, ਤੇ ਸ਼ਿੰਗਾਰ ਕਰ ਰਹੀ ਹੈ ਬਹੁਤ ਜ਼ਿਆਦਾ, ਸ਼ਿੰਗਾਰ ਬੜੇ ਕੀਤੇ ਨੇ, ਦੇਖਣ ਨੂੰ ਇਹ ਲੱਗਦਾ ਵੀ ਇਹਦਾ ਪਤਾ ਨਹੀਂ ਕਿੰਨਾ ਕੁ ਪਿਆਰ ਹੈ ਪਤੀ ਨਾਲ। ਉਹਦਾ ਸ਼ਿੰਗਾਰ ਕਿਸ ਕੰਮ? ਅਸੀਂ ਸ਼ਿੰਗਾਰ ਕਰਨਾ ਹੈ ਹੁਕਮ ਦਾ। ਬਾਣੀ ਦੇ ਵਿੱਚ ਦੱਸਿਆ, ਇਹ ਵੀ ਦੱਸਿਆ ਮਹਾਰਾਜ ਨੇ ਕਿਹੜਾ ਸ਼ਿੰਗਾਰ ਕਰੋ। ਕਹਿੰਦੇ ਭਰਤਾ ਕਹਿ ਸੋ ਮਾਨੀਐ, ਇਹ ਸ਼ਿੰਗਾਰ ਬਣਾਏ ਰੀ। ਇਹ ਸ਼ਿੰਗਾਰ ਬਣਾਓ ਕਿ ਆਪਣੇ ਭਰਤੇ ਦਾ, ਪਤੀ ਦਾ ਹੁਕਮ ਮੰਨਣਾ ਹੀ ਸਾਡੇ ਲਈ ਸਭ ਤੋਂ ਵੱਡਾ ਸ਼ਿੰਗਾਰ ਹੈ। ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਸਭ ਤੋਂ ਵੱਡਾ ਸ਼ਿੰਗਾਰ ਹੈ। ਹੁਕਮੀ ਬਣ ਜਾਣਾ ਹੀ ਸਾਡੇ ਲਈ ਸਭ ਤੋਂ ਵੱਡਾ ਸ਼ਿੰਗਾਰ ਹੈ। ਗੁਰੂ ਨੂੰ ਨਹੀਂ ਲੋੜ ਹੈਗੀ ਆ ਬਾਹਰ ਦੇ ਸ਼ਿੰਗਾਰ ਦੀ, ਨਾ ਉਹਨੂੰ ਚਿੱਟੇ ਵਾਲੇ, ਇਹਨੂੰ ਇਹ ਵੀ ਨਹੀਂ ਵੀ ਕੋਈ ਚਿੱਟੇ ਕੱਪੜੇ ਪਾਊਗਾ ਮੈਨੂੰ ਤਾਂ ਹੀ ਪਸੰਦ ਹੈ, ਜਾਂ ਕਾਲੇ ਵਾਲਾ ਜ਼ਿਆਦਾ ਨੇੜੇ ਹੈ, ਭਗਵੇਂ ਵਾਲਾ ਕਹੇਗਾ ਮੈਂ ਨੇੜੇ ਆ, ਕੋਈ ਕਹਿੰਦਾ ਲਾਲ, ਕੋਈ ਕਹਿੰਦਾ ਹਰੇ। ਨਹੀਂ, ਉਹ ਤੇ ਮਹਾਰਾਜ ਨੇ ਕਹੀ ਦਿੱਤਾ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਉੱਡੈ ਨੀਲ, ਕੋਈ ਸਫੇਦ, ਕੋਈ ਪੜ੍ਹੈ ਵੇਦ, ਕੋਈ ਕਿਤੇਬ, ਕੋਈ ਨੀਲੇ ਪਾਈ ਫਿਰਦਾ, ਕੋਈ ਚਿੱਟੇ ਪਾਈ ਫਿਰਦਾ। ਉੱਥੇ ਕੋਈ ਪਰਵਾਹ ਨਹੀਂ ਇਹਨਾਂ ਚੀਜ਼ਾਂ ਦੀ, ਇਹ ਗਿਣਤੀ ਨਹੀਂ ਗਿਣੀ ਜਾਣੀ। ਉੱਥੇ ਹੈ ਵੀ ਤੁਸੀਂ ਹੁਕਮ ਕਿੰਨਾ ਮੰਨਿਆ ਹੈ, ਭਾਣੇ ਵਿੱਚ ਆਏ ਜਾਂ ਨਹੀਂ, ਰਜ਼ਾ ਵਿੱਚ ਆਏ ਜਾਂ ਨਹੀਂ, ਜਿਹੜੇ ਹੁਕਮ ਚ ਮਾਲਕ ਨੇ ਸੰਸਾਰ ਬਣਾਇਆ ਹੈ, ਜਿਸ ਨਾਲ ਸੰਸਾਰ ਚਲਾ ਰਿਹਾ, ਉਹ ਹੁਕਮ ਨੂੰ ਸੱਤ ਕਰਕੇ ਮੰਨਦੇ ਹੋ ਕਿ ਨਹੀਂ? ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੋ ਇਹ ਸ਼ਿੰਗਾਰ ਗੁਰੂ ਸਾਹਿਬ ਕਹਿੰਦੇ ਬਹੁਤੇ ਵੇਸ਼ ਤਾਂ ਬੜੇ ਕਰਦਾ, ਫਿਰ ਬਾਝੋਂ, ਪਰ ਫਿਰ ਤੋਂ ਬਿਨਾਂ ਕਰਦਾ। ਇਹ ਨਹੀਂ ਸਮਝਦਾ ਵੀ ਇਹ ਸ਼ਿੰਗਾਰ, ਇਹ ਜੋ ਮੈਂ ਕਰਮ ਧਰਮ ਕਰ ਰਿਹਾ, ਮੇਰੇ ਗੁਰੂ ਨੂੰ ਪ੍ਰਵਾਨ ਵੀ ਹੈ ਕਿ ਨਹੀਂ। ਕਰਮ ਧਰਮ ਪਖੰਡ ਜੋ ਦਿਸੈ, ਤਿਨ ਜਮ ਜਗਾਤੀ ਲੂਟੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਇਹ ਬਹੁਤੇ ਵੇਸ਼ ਨੇ, ਸਾਰੇ ਸ਼ਿੰਗਾਰ ਨੇ ਇਹ ਧਰਮ ਦੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਇਹ ਕਰਕੇ ਵੀ ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਬਹੁਤੇ ਵੇਸ਼, ਉੱਥੇ ਆ ਗਿਆ ਕਰਮ ਅਨੇਕਾਂ। ਕਰਮ ਹੀ ਵੇਸ਼ ਹੈ, ਕਰਮ ਹੀ ਸ਼ਿੰਗਾਰ ਬਣ ਜਾਂਦਾ ਹੈ। ਬਹੁਤੇ ਵੇਸ਼ ਕਰੀ ਫਿਰ ਬਾਝੋਂ, ਮਹਿਲੀ ਲਾਹਾ ਨਾ ਥਾਉ। ਇਸ ਤਰ੍ਹਾਂ ਦੇ ਅਡੰਬਰ ਰਚ ਕੇ, ਸ਼ਿੰਗਾਰ ਕਰਕੇ, ਦਿਖਾਵਾ ਕਰਕੇ, ਹਨਾ, ਸਾਰਾ ਕੁਝ ਕਰ ਕਰਾ ਕੇ ਵੀ ਗੁਰੂ ਸਾਹਿਬ ਕਹਿੰਦੇ ਮਹਿਲੀ ਲਾਹਾ ਨਾ ਥਾਉ। ਇਹ ਜੀਵ ਆਤਮਾ ਉਸ ਮਹਿਲ ਦੇ ਵਿੱਚ ਟਿਕਾਣਾ ਨਹੀਂ ਪਾ ਸਕਦੀ। ਹਾਰ ਡੋਰ ਰਸ ਪਾਟ ਪਟੰਬਰ, ਫਿਰ ਲੋੜੀ ਸ਼ਿੰਗਾਰੀ। ਹੁਣ ਗੁਰੂ ਸਾਹਿਬ ਕਹਿੰਦੇ ਪਿਰ ਨੂੰ ਕਿਵੇਂ ਚੰਗੀ ਲੱਗੇਗੀ, ਕਿਹੜਾ ਸ਼ਿੰਗਾਰ ਹੈ? ਇੱਕੋ ਹੀ ਸ਼ਿੰਗਾਰ ਹੈ, ਪਿਰ ਲੋੜੀ ਸ਼ਿੰਗਾਰੀ। ਇਹ ਉਸ ਪਤੀ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਏ। ਜੇ ਉਹਨੇ ਪ੍ਰਵਾਨ ਕਰ ਲਿਆ, ਭਾਵ ਅਸੀਂ ਉਹਨੂੰ ਭਾ ਜਾਈਏ। ਮਹਾਰਾਜ ਕਹਿੰਦੇ ਇਹਦੇ ਵਾਸਤੇ ਉਹਨੂੰ ਭਾ ਜਾਣਾ ਹੀ ਸਾਡੇ ਲਈ ਹਾਰ ਡੋਰ ਰਸ ਪਾਟ ਪਟੰਬਰ ਤੇ ਸ਼ਿੰਗਾਰ ਸਾਰਾ ਕੁਝ ਹੀ ਆ ਜਾਏਗਾ। ਜੇ ਅਸੀਂ ਉਹਨੂੰ ਭਾ ਗਏ ਨਾ, ਉਹਨੂੰ ਭਾ ਜਾਣ ਦੇ ਵਿੱਚ ਹੀ ਸਾਡੇ ਸਾਰੇ ਸ਼ਿੰਗਾਰ ਨੇ। ਇਹੀ ਸ਼ਿੰਗਾਰ ਹੈ, ਬਸ ਅਸੀਂ ਉਹਨੂੰ ਪ੍ਰਵਾਨ ਹੋ ਜਾਈਏ। ਅੱਜ ਦੇ ਸਮੇਂ ਦੀ ਇਹੀ ਮੁਸ਼ਕਲ ਹੈ ਵੀ ਅਸੀਂ ਗੁਰੂ ਨੂੰ ਪ੍ਰਵਾਨ ਨਹੀਂ ਹੋ ਰਹੇ, ਅਸੀਂ ਸੰਸਾਰ ਨੂੰ ਪ੍ਰਵਾਨ ਹੋ ਰਹੇ ਹਾਂ। ਜਾਂ ਅਸੀਂ ਕਰਮਕਾਂਡ ਕਰਦੇ ਹਾਂ, ਅਡੰਬਰ ਰਚਦੇ ਹਾਂ, ਭੇਸ ਧਾਰਨ ਕਰਦੇ ਹਾਂ, ਪਰ ਅਸੀਂ ਉਹਨੂੰ ਪ੍ਰਵਾਨ ਨਹੀਂ ਹੋ ਰਹੇ। ਮਹਾਰਾਜ ਕਹਿੰਦੇ ਹਾਰ ਡੋਰ ਰਸ ਪਾਟ ਪਟੰਬਰ, ਇਹ ਸਾਰਾ ਕੁਝ ਫਿਰ ਲੋੜੀ ਸ਼ਿੰਗਾਰੀ। ਫਿਰ ਨੂੰ ਭਾ ਜਾਏ, ਉਹਦੇ ਦਰ ਤੇ ਪ੍ਰਵਾਨ ਕਰ ਲਏ। ਜੇ ਉਹਨੇ ਪ੍ਰਵਾਨ ਕਰ ਲਿਆ, ਇਹ ਸਾਰੇ ਸ਼ਿੰਗਾਰ ਉਸ ਮਾਲਕ ਦੇ ਦਰ ਤੇ ਹੁਕਮ ਮੰਨਣ ਨਾਲ ਹੀ ਪ੍ਰਵਾਨ ਹੋ ਜਾਂਦੇ ਨੇ। ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ। ਹੇ ਨਾਨਕ, ਹੁਣ ਨਾਨਕ ਜੀ ਕਹਿੰਦੇ ਨੇ, ਨਾਨਕ ਮੇਲ ਲਈ ਗੁਰ ਆਪਣੇ, ਆਪਣੇ ਗੁਰ ਨੇ। ਜਿਹੜਾ ਆਪਣਾ ਗੁਰ ਹੈ ਨਾ, ਆਪਣਾ ਗੁਰ ਅੰਤਰਾਤਮਾ ਦਾ ਗੁਰ ਹੈ ਮੇਰਾ। ਹੁਣ ਆਪਣਾ ਗੁਰ ਕੌਣ ਹੈ? ਆਮ ਤੌਰ ਤੇ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ। ਚਲੋ ਬੈਰੂਨੀ ਤੌਰ ਤੇ, ਬਾਹਰੀ ਤੌਰ ਤੇ, ਪ੍ਰਾਇਮਰੀ ਤੌਰ ਤੇ ਗੁਰੂ ਗ੍ਰੰਥ ਸਾਹਿਬ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ, ਸਮਝਦੇ ਹੋ, ਇਹਦੇ ਚੋਂ ਸਾਨੂੰ ਬੋਧ ਮਿਲਦਾ ਹੈ, ਗਿਆਨ ਮਿਲਦਾ ਹੈ, ਸਮਝ ਮਿਲਦੀ ਹੈ, ਨੌਲੇਜ ਮਿਲਦੀ ਹੈ। ਉੱਥੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰ ਤਾਂ ਮੇਰੇ ਨਾਲ ਸਦਾ ਹੀ ਨਾਲ ਹੈ।
ਗੁਰ ਤਾਂ ਕਦੇ ਦੂਰ ਹੁੰਦਾ ਹੀ ਨਹੀਂ। ਗੁਰ ਤੋਂ ਅਸੀਂ ਦੂਰ ਜਾ ਹੀ ਨਹੀਂ ਸਕਦੇ, ਗੁਰ ਤੋਂ ਅਸੀਂ ਵਿਛੜ ਨਹੀਂ ਸਕਦੇ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਆਪਣਾ ਗੁਰ, ਗੁਰਬਾਣੀ ਨੇ ਅਸਲ 'ਚ ਸਾਨੂੰ ਇਹ ਦੱਸਿਆ ਵੀ ਆਪਣੇ ਗੁਰ ਨਾਲ ਜੁੜ। ਆਪਣਾ ਗੁਰ ਸਾਡਾ ਅੰਤਰ ਆਤਮਾ ਜਿਹੜਾ ਹੈ ਨਾ, ਉਹ ਸਾਡਾ ਆਪਣਾ ਗੁਰ ਹੈ, ਕਿਉਂਕਿ ਉੱਥੋਂ ਸਾਨੂੰ ਸਾਰੀ ਸੋਝੀ ਆ ਰਹੀ ਹੈ। ਜਦੋਂ ਅਸੀਂ ਸ਼ਾਂਤ ਬੈਠੇ ਹੁੰਦੇ ਹਾਂ ਜਾਂ ਅਸੀਂ ਕਿਸੇ ਚਿੰਤਾ ਵਿੱਚ ਹੁੰਦੇ ਹਾਂ, ਕੁਝ ਸੋਚਦੇ ਹੁੰਦੇ ਹਾਂ, ਅੰਤਰ ਆਤਮਾ ਤੋਂ ਇੱਕਦਮ ਆਵਾਜ਼ ਆਉਂਦੀ ਹੈ, ਜਿਹੜੀ ਸਾਨੂੰ ਬਿਨਾਂ ਕੰਨਾਂ ਤੋਂ ਸੁਣਦੀ ਹੈ, ਅੰਦਰੋਂ ਸੁਣਦੀ ਹੈ। ਇੱਕ ਖਿਆਲ ਪ੍ਰਗਟ ਹੁੰਦਾ ਹੈ, ਪੋਜ਼ਿਟਿਵ ਖਿਆਲ ਹੁੰਦਾ ਉਹ ਬਹੁਤ ਜ਼ਿਆਦਾ, ਉਹ ਸਾਡੀ ਕਿਸੇ ਸਮੱਸਿਆ ਦਾ ਹੱਲ ਹੁੰਦਾ ਹੈ। ਉਹ ਗੁਰ ਨੂੰ ਕਹਿੰਦੇ ਮੈਂ ਪੁੱਛਿਆ, ਉਹਨੂੰ ਪੁੱਛ ਨਾਨਕ ਮੇਲ ਲਈ ਗੁਰ ਆਪਣੇ ਗੁਰ ਨੇ ਇਹ ਜਿਹੜਾ ਮਨ ਸੀ ਨਾ, ਮਨ, ਉਹਨੂੰ ਫਿਰ ਗਿਆਨ ਦਿੱਤਾ, ਸਮਝ ਦਿੱਤੀ, ਸੋਝੀ ਦਿੱਤੀ। ਘਰ ਵਰ ਪਾਇਆ ਨਾਰੀ, ਉਦੋਂ ਇਹਨੇ ਆਪਣੇ ਗੁਰ ਦੀ ਸਿੱਖਿਆ ਨਾਲ ਹੀ ਘਰ ਦੇ ਵਿੱਚ ਹੀ ਆਪਣੇ ਵਰ ਨੂੰ ਪਾ ਲਿਆ। ਇਸ ਜੀਵ ਆਤਮਾ ਰੂਪ ਨਾਰੀ ਨੇ, ਜਿਹੜੀ ਜੀਵਾਤਮਾ ਨਾ, ਜੀਵਾਤਮਾ ਬੁੱਧੀ ਹੈ ਜਿਹੜੀ ਸਾਡੀ, ਉਹ ਨਾਰੀ ਹੈ। ਤੇ ਜਿਹੜਾ ਇਹਨੂੰ ਅੰਦਰੋਂ ਗਿਆਨ ਹੋਣਾ, ਜਿਹੜਾ ਸੱਚ ਦੇ ਦਰਸ਼ਨ ਹੋਣੇ ਨੇ, ਉਹ ਇਹਦਾ ਵਰ ਹੈ। ਉਹ ਕਿਵੇਂ ਹੈ? ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਹੁਣ ਕਿਹੜਾ ਵਿਆਹ ਹੋ ਰਿਹਾ? ਹੁਣ ਦੇਖੋ, ਅੰਤਰਾਤਮਾ ਦਾ ਵਿਆਹ ਹੋ ਰਿਹਾ। ਗੁਰਮੁਖੇ ਹਰ ਪਾਇਆ, ਉਹ ਕੀ ਪਾਇਆ? ਕਹਿੰਦੇ ਕਿਵੇਂ? ਅਗਿਆਨ ਅੰਧੇਰਾ ਕੱਟਿਆ। ਮਿਲਾਪ ਤੋਂ ਬਾਅਦ ਕੀ ਹੁੰਦਾ? ਅਗਿਆਨ ਦਾ ਹਨੇਰਾ ਕੱਟਿਆ ਗਿਆ। ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਉਹਦੇ ਨਾਲ ਹਉਮੈ ਰੋਗ ਗਿਆ, ਦੁੱਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ। ਉਹ ਵਰ ਦੀ ਹੁਣ ਗੱਲ ਕਰ ਰਹੇ ਨੇ। ਘਰ ਵਰ ਪਾਇਆ ਨਾਰੀ, ਹੁਣ ਇਹ ਵਰ ਕਹਿੰਦੇ ਬਾਹਰੋਂ ਨਹੀਂ ਆਣਾ, ਇਹ ਵਰ ਤੈਨੂੰ ਅੰਦਰੋਂ ਹੀ ਮਿਲਣਾ। ਹਰੇਕ ਜੀਵ ਦੇ ਅੰਦਰ ਹੀ ਇਹ ਵਰ ਬੈਠਾ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ। ਬਾਹਰ ਦਾ ਵਰ ਸਾਰਿਆਂ ਦੇ ਖਤਮ ਹੋਊਗਾ, ਸਰੀਰ ਰੂਪੀ ਵਰ, ਪਰ ਜਦੋਂ ਅਸੀਂ ਅੰਦਰਲੇ ਵਰ ਨਾਲ ਜੁੜਾਂਗੇ, ਮਹਾਰਾਜ ਕਹਿੰਦੇ ਉਹ ਨਾ ਕਦੇ ਮਰੈ ਨਾ ਜਾਇਆ। ਉਹ ਨਹੀਂ ਮਰਦਾ, ਨਾ ਆਉਂਦਾ ਨਾ ਜਾਂਦਾ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਉਹਦਾ ਘਰ ਵੀ ਉਹ ਹੈ ਜਿੱਥੇ ਮੌਤ ਨਹੀਂ, ਤੇ ਉਹ ਆਪ ਵੀ ਉਹ ਹੈ ਜਿਹਨੂੰ ਮੌਤ ਨਹੀਂ। ਉਹ ਵਰ ਪਾਉਣਾ ਹੀ ਸਾਡਾ ਅਸਲੀ ਵਿਆਹ ਹੈ। ਉਹ ਵਿਆਹ ਤੱਕ ਆਪਾਂ ਸਭ ਨੇ ਪਹੁੰਚਣਾ ਹੈ। ਹੁਣ ਗੁਰੂ ਨਾਨਕ ਦੇਵ ਜੀ ਦਾ ਇਹ ਉਚਾਰਨ ਕੀਤਾ ਹੈ 12ਵਾਂ ਹੈਗਾ, ਨਾਨਕ ਮੇਲ ਲਈ ਗੁਰੇ ਆਪਣੇ ਘਰ ਵਰ ਪਾਇਆ ਨਾਰੀ। ਇਸ ਨਾਰੀ ਨੇ, ਇਸ ਬੁੱਧੀ ਨੇ ਆਪਣੇ ਅੰਦਰੋਂ ਹੀ ਸੱਚ ਨੂੰ ਪ੍ਰਗਟ ਕਰਕੇ, ਸੱਚ ਨਾਲ ਜੁੜ ਕੇ ਉਹਦੇ ਹੁਕਮ ਦੇ ਵਿੱਚ ਚੱਲਣ ਜੋਗੇ ਬੁੱਧੀ ਬਣ ਗਈ। ਇਹਦਾ ਆਪਾ ਭਾਵ ਮਿਟ ਗਿਆ। ਜਿਹੜੀ ਆਰੰਭ ਦੇ ਵਿੱਚ ਗੱਲ ਆਈ ਸੀ ਕਿ ਆਪਾ ਭਾਵ ਹੀ ਇਹਨੂੰ ਦੁਖੀ ਕਰਦਾ ਸੀ, ਸਾਨੂੰ ਸਾਡੀ ਮੈਂ ਹੀ ਦੁਖੀ ਕਰਦੀ ਸੀ, ਹੰਕਾਰ ਹੀ ਦੁਖੀ ਕਰ ਰਿਹਾ ਸੀ। ਦੁਖੀ ਕਰਨ ਦਾ ਅਰਥ ਇਹ ਕਰ ਲਓ ਵੀ ਇਹਦੇ ਕਰਕੇ ਵਿਛੋੜਾ ਸੀ। ਹਉਮੈ ਦੇ ਅਸੀਂ ਵਿਛੜੇ ਹੋਇਆ ਨਾ, ਹਉਮੈ ਬੁਝੈ ਤਾਂ ਦਰ ਸੁਝੈ। ਜਦੋਂ ਇਹਨੇ ਹਉਮੈ ਬੁਝ ਲਈ, ਇਹਨੂੰ ਦਰ ਦੀ ਸੋਝੀ ਹੋ ਗਈ। ਹੁਣ ਖੇਲ ਸਾਰੀ ਸਾਡੇ ਅੰਦਰ ਚੱਲਦੀ ਹੈ। ਅਸਲ 'ਚ ਇੱਥੋਂ ਇਹ ਭਾਵ ਸਮਝਣਾ ਵੀ ਸਾਰੀ ਖੇਡ ਸਾਡੇ ਅੰਦਰ ਚੱਲ ਰਹੀ ਹੈ। ਬਾਹਰ ਦੇ ਸਰੀਰ ਦੇ ਵਿੱਚ ਜੀਵਾਤਮਾ ਬੈਠੀ ਹੈ। ਬਾਹਰ ਦੇ ਸਰੀਰ ਦੇ ਵਿੱਚੋਂ ਸਿੱਖਿਆ ਤਾਂ ਲੈਣੀ ਹੈ ਵੀ ਜਿਵੇਂ ਬਾਹਰ ਇੱਕ ਪਤੀ ਪਤਨੀ ਹੈ, ਇੱਕ ਬਾਹਰ ਜ਼ਿੰਦਗੀ ਚੱਲਦੀ ਹੈ, ਇੱਕ ਹਸਬੈਂਡ ਵਾਈਫ ਹੈ, ਕਪਲ ਨੇ। ਉਹਦੇ ਵਿੱਚ ਕੀ ਹੁੰਦਾ ਵੀ ਜੋ ਸਾਡੇ ਹਿੰਦੁਸਤਾਨੀ ਸੱਭਿਆਚਾਰ ਜਾਂ ਸਮਾਜ ਦੇ ਵਿੱਚ ਪਤਨੀ ਪਤੀ ਦੇ ਪਿੱਛੇ ਰਹਿ ਕੇ, ਭਾਵ ਉਹਨੂੰ ਅੱਗੇ ਰੱਖ ਕੇ, ਉਹਦੇ ਹੁਕਮ ਦੇ ਵਿੱਚ ਰਜ਼ਾ ਵਿੱਚ ਟੁਰਦੀ ਹੈ, ਉਹਦੇ ਘਰ ਵਿੱਚ ਜਾਂਦੀ ਹੈ, ਉਹਦਾ ਹੁਕਮ ਮੰਨਦੀ ਹੈ, ਉਹਨੂੰ ਖੁਸ਼ ਰੱਖਦੀ ਹੈ, ਸੇਵਾ ਕਰਦੀ ਹੈ, ਤੇ ਉਹ ਪ੍ਰਵਾਨ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੂੰ ਬਾਹਰੋਂ ਸਿੱਖਿਆ ਲੈ, ਤੈਨੂੰ ਈਜ਼ੀ ਹੋ ਜਾਏ ਸਮਝਣਾ। ਤੂੰ ਇੱਕ ਪਤਨੀ ਦੀ ਨਿਆਈ ਹੈ, ਬੁੱਧੀ ਜੀਵਾਤਮਾ, ਤੇ ਤੂੰ ਪਤੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲ ਕੇ ਉਹਦੇ ਘਰ ਦੇ ਵਿੱਚ ਜੇ ਤਾਂ ਪ੍ਰਵਾਨ ਹੋਣਾ ਨਾ, ਤਾਂ ਉੱਥੇ ਤੇਰਾ ਹੁਕਮ ਨਹੀਂ ਚੱਲਣਾ, ਉੱਥੇ ਘਰਦਿਆਂ ਦਾ ਹੁਕਮ ਚੱਲੂਗਾ। ਸਹੁਰੇ ਘਰ ਦਾ ਹੁਕਮ ਚੱਲਦਾ। ਸਹੁਰੇ ਦੇ ਵਿੱਚ ਘਰ 'ਚ ਬੱਚੀ ਤਾਂ ਪ੍ਰਵਾਨ ਹੈ ਜੇ ਉਹ ਸਹੁਰੇ ਪਰਿਵਾਰ ਦੇ ਹੁਕਮ ਦੇ ਵਿੱਚ ਹੈ, ਉਸ ਪਰਿਵਾਰ ਦੇ ਮਾਹੌਲ ਦੇ ਮੁਤਾਬਿਕ ਚੱਲੇਗੀ, ਉਸ ਪਰਿਵਾਰ ਦੇ ਕਹਿਣੇ ਦੇ ਵਿੱਚ ਚੱਲੇਗੀ, ਉਸ ਪਰਿਵਾਰ ਦੇ ਸੰਸਕਾਰਾਂ ਦੇ ਮੁਤਾਬਿਕ ਚੱਲੇਗੀ, ਹਨਾ। ਹਰੇਕ ਪਰਿਵਾਰ ਦਾ ਚਲੋ ਜੋ ਵੀ ਹੁੰਦਾ ਵੱਖਰਾ ਵੱਖਰਾ, ਠੀਕ ਹੈ। ਚਲੋ ਸਮਾਜ ਵਿੱਚ ਤੇ ਕੁਝ ਉਣਤਾਈਆਂ ਵੀ ਹੁੰਦੀਆਂ ਨੇ, ਪਰ ਆਮ ਤੌਰ ਤੇ ਇੱਕ ਜੋ ਰਵਾਇਤ ਹੈ, ਆਪਾਂ ਕਹਿੰਦੇ ਵੀ ਬੱਚੀ ਬੜੀ ਸਿਆਣੀ ਹੈ ਜੀ, ਸਹੁਰੇ ਪਰਿਵਾਰ ਨੂੰ ਖੁਸ਼ ਰੱਖਦੀ ਹੈ, ਉਹਨਾਂ ਦੇ ਹੁਕਮ 'ਚ ਹੈ, ਉਹਨਾਂ ਦੀ ਹਰ ਗੱਲ ਮੰਨਦੀ ਹੈ, ਉਹ ਬੱਚੀ ਖੁਸ਼ ਵੱਸਦੀ ਹੈ। ਇਸੇ ਤਰ੍ਹਾਂ ਘਰ ਵਰ ਪਾਇਆ ਨਾਰੀ ਦਾ ਅਰਥ ਹੈ ਜਦੋਂ ਆਪਣੇ ਅੰਦਰਲੇ ਘਰ ਦੇ ਅੰਦਰੋਂ ਹੀ ਇਹ ਸੱਚ ਰੂਪ ਵਰ ਦੇ ਨਾਲ ਜੁੜ ਜਾਂਦੀ ਹੈ, ਉਹਦੇ ਹੁਕਮ ਦੇ ਵਿੱਚ ਸੱਤ ਕਰਕੇ ਚੱਲਣ ਲੱਗ ਪੈਂਦੀ ਹੈ,
ਭਾਣੇ ਨੂੰ ਮੰਨ ਲੈਂਦੀ ਹੈ, ਆਪਣੀ ਮੈਂ ਛੱਡ ਦਿੰਦੀ ਹੈ, ਆਪਾ ਭਾਵ ਗਵਾ ਲੈਂਦੀ ਹੈ, ਇਸ ਨਾਰੀ ਨੂੰ ਹੀ ਅਕਾਲ ਮੂਰਤ ਵਰ ਦੀ ਪ੍ਰਾਪਤੀ ਹੋ ਜਾਂਦੀ ਹੈ, ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਨਾਮ ਇਹਦੇ ਹਿਰਦੇ ਚ ਪ੍ਰਗਟ ਹੁੰਦਾ ਹੈ ਤੇ ਜੀਵ ਆਤਮਾ ਦਾ ਜੀਵਨ ਰੂਪੀ ਸਫ਼ਰ ਸਫਲ ਹੋ ਜਾਂਦਾ ਹੈ। ਇਸੇ ਨੂੰ ਕਿਹਾ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾਂ। ਹੁਣ ਦੇਖੋ ਆਪਾਂ ਸਾਰੇ ਇੱਕ ਸਫ਼ਰ 'ਚ ਚੱਲ ਰਹੇ ਹਾਂ, ਸਾਡੀ ਯਾਤਰਾ ਚੱਲ ਰਹੀ ਹੈ, ਬੜੀ ਲੰਮੀ ਯਾਤਰਾ ਸਾਡੀ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਮਹਾਰਾਜ ਕਹਿੰਦੇ ਸਜ਼ਾ ਨਾ ਬੜੀ ਲੰਮੀ ਸਜ਼ਾ, ਜੰਮੀ ਜਾ ਰਿਹਾ, ਮਰੀ ਜਾ ਰਿਹਾ, ਆਈ ਜਾ ਰਿਹਾ, ਜਾਈ ਜਾ ਰਿਹਾ, ਇਹ ਬੜੀ ਲੰਮੀ ਸਜ਼ਾ ਚੱਲ ਰਹੀ ਹੈ। ਇਹ ਉਦੋਂ ਤੱਕ ਨਹੀਂ ਮੁੱਕਣੀ ਜਦੋਂ ਤੱਕ ਇਹ ਆਪਣੇ ਆਪਾ ਭਾਵ ਗਵਾਉਂਦਾ ਨਹੀਂ, ਮਨ ਮਰਜ਼ੀ ਛੱਡਦਾ ਨਹੀਂ, ਹੁਕਮ ਦੇ ਵਿੱਚ ਚੱਲਦਾ ਨਹੀਂ, ਅੰਦਰਲੇ ਵਰ ਘਰ ਨਾਲ ਜੁੜਦਾ ਨਹੀਂ। ਜਦੋਂ ਜੁੜ ਗਿਆ, ਸਮਝ ਆ ਗਈ, ਸੋਝੀ ਆ ਗਈ, ਇਹਦਾ ਵਿਛੋੜਾ ਮਿਲਾਪ ਵਿੱਚ ਬਦਲ ਜਾਏਗਾ, ਵਿਯੋਗ ਸੰਜੋਗ ਵਿੱਚ ਬਦਲ ਜਾਏਗਾ। ਇਸੇ ਕਰਕੇ ਗੁਰੂ ਸਾਹਿਬ ਨੇ ਫਲਗੁਣ ਦੇ ਮਹੀਨੇ ਤੇ ਲਿਆ ਕੇ 12 ਮਾਹ ਦੀ ਸਮਾਪਤੀ ਕੀਤੀ ਹੈ। ਚੇਤ ਤੋਂ ਸ਼ੁਰੂ ਹੁੰਨੇ ਆ, 12 ਮਾਹ ਤੇ ਫਲਗੁਣ ਤੇ ਸਮਾਪਤੀ ਹੈ। ਫਲਗੁਣ ਦਾ ਅਰਥ ਹੈ ਗੁਣਾਂ ਨੂੰ ਫਲ ਲੱਗ ਜਾਣਾ, ਮਿਹਨਤ ਸਫਲ ਹੋ ਜਾਣੀ। ਇਹ ਜੀਵਾਤਮਾ ਦੇ ਅੰਦਰ ਉਧਰ ਜੋ ਮਾਝ ਰਗ ਵਿੱਚ ਕਿਹਾ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ। ਜਦੋਂ ਹਰ ਸੱਜਣ ਅੰਦਰੋਂ ਪ੍ਰਗਟ ਹੋਏਗਾ, ਆਨੰਦ ਭਇਆ ਵਡਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਉੱਥੇ ਜਾ ਕੇ ਇਹ ਜੀਵਨ ਯਾਤਰਾ ਸਫਲ ਹੁੰਦੀ ਹੈ। ਤੋਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੁਖਾਰੀ ਰਾਗ ਦਾ 12ਵਾਂ, ਇਹਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਕਿ ਸਾਨੂੰ ਸਮੱਤ ਸੋਝੀ ਆ ਜਾਏ, ਗਿਆਨ ਪ੍ਰਕਾਸ਼ ਚਾਨਣ ਹੋ ਜਾਏ, ਸਾਡਾ ਵੀ ਕਿਤੇ ਆਪਾ ਭਾਵ ਮੁੱਕ ਜਾਏ ਜਾਂ ਭਾਵਨਾ ਬਣਾਵੇ ਤੇ ਅਸੀਂ ਗੁਰੂ ਦਰ ਤੇ ਪ੍ਰਵਾਨ ਹੋ ਜਾਈਏ। ਮੇਰੇ ਵੱਲੋਂ ਇੱਥੇ ਸਮਾਪਤੀ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਜੇ ਕਿਸੇ ਵੀਰ ਭੈਣ ਦਾ ਸਵਾਲ ਜਾਂ ਸੁਝਾਅ ਹੋਵੇ ਉਹ ਕਰ ਸਕਦੇ ਨੇ। ਜੀ ਆਇਆਂ ਜੀ, ਮੇਰੇ ਵੱਲੋਂ ਇੱਥੇ ਭੁੱਲਾ ਸਾਹਿਤ ਫਤਿਹ ਦੀ ਸਾਂਝ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।